सो नमस्कार सत श्री अकाल सारिਆਂ ਨੂੰ। So here we again have the same situation. Consider a body moving with initial velocity u at time t0. Let it cover a displacement s for time t and attain final velocity v due to its constant acceleration a. So ਇਹ ਵਾਲੀ ਗੱਲਬਾਤ ਆਪਾਂ ਲਿਖਣੀ ਆ। ਸੋ ਜਿਹੜਾ ਵੀ ਮੈਂ ਰਿਲੇਸ਼ਨ ਕਰ ਰਿਹਾ ਸੋ ਇਹ ਵਾਲੀ ਗੱਲ ਆਪਾਂ ਇੱਥੇ ਲਿਖਾਂਗੇ। ਆਹ ਵਾਲੇ ਰਿਲੇਸ਼ਨ ਕਿਹੜਾ ਹੈਗਾ ਆਪਣਾ ਵੈਲੋਸਿਟੀ ਟਾਈਮ ਇਜ਼ ਥਰਡ ਇਕੁਏਸ਼ਨ ਆਫ ਮੋਸ਼ਨ ਦੇ ਲਈ ਆਪਾਂ ਗੱਲ ਇੱਥੇ ਸ਼ੁਰੂ ਕਰਾਂਗੇ। ਜਿਹੜਾ ਉਹ ਦੋ ਤਿੰਨ ਲਾਈਨਸ ਆਪਾਂ ਦੱਸਾਂਗੇ ਵੀ ਅਸੀਂ ਕੀ ਸੋਚਿਆ ਕਿ ਕੰਡੀਸ਼ਨ ਕਿਹੜੀ ਸਿਚੁਏਸ਼ਨ ਕਿੱਦਾਂ ਦੇ ਹਾਲਾਤ ਵਿੱਚ ਆਪਾਂ ਕੰਮ ਕਰਦੇ ਪਏ ਹਾਂ ਉਹਦੇ ਬਾਰੇ ਆਪਾਂ ਗੱਲ ਕਰਨੀ ਹੁੰਦੀ ਆ ਕਿ ਅਸੀਂ ਇੱਦਾਂ ਦੀ ਇੱਕ ਸਥਿਤੀ ਦੇ ਬਾਰੇ ਇੱਦਾਂ ਦੀ ਇੱਕ ਹਾਲਾਤ ਬਾਰੇ ਸੋਚਿਆ ਵੀ ਜਿਹਦੇ ਵਿੱਚ ਕੋਈ ਬੋਡੀ ਸੀਗੀ ਜਿਹੜੀ ਕਿ ਯੂ ਸਪੀਡ ਨਾਲ ਚੱਲਦੀ ਸੀ। ਉਦੋਂ ਟਾਈਮ 0 ਹੋਇਆ ਸੀਗਾ, ਫਿਰ ਟਾਈਮ ਟੀ ਬੀਤ ਗਿਆ, ਉਹਦੀ ਵੈਲੋਸਿਟੀ v ਹੋ ਗਈ, ਐਕਸਲੇਸ਼ਨ ਕੌਨਸਟੈਂਟ ਸੀਗੀ, ਉਹਨੇ ਇੰਨੀ ਦੇਰ ਦੇ ਵਿੱਚ ਐਸ ਡਿਸਪਲੇਸਮੈਂਟ ਜਿਹੜੀ ਆ ਉਹ ਤੈਅ ਕੀਤੀ ਆ। ਸੋ ਇਹ ਗੱਲ ਆਪਾਂ ਕੰਸੀਡਰ ਕਰਦੇ ਹਾਂ, ਮਤਲਬ ਆਪਾਂ ਮੰਨ ਲੈਂਦੇ ਹਾਂ ਵੀ ਇੱਦਾਂ ਦੀ ਕੋਈ ਗੱਲਬਾਤ ਹੈਗੀ ਆ। ਜਦੋਂ ਇੱਦਾਂ ਹੋਊਗਾ ਫਿਰ ਉਹਦਾ ਹਿਸਾਬ ਕਿਤਾਬ ਅਸੀਂ ਲਗਾਉਂਦੇ ਹਾਂ। ਸੋ ਜਦੋਂ ਵੀ ਅਸੀਂ ਕੋਈ ਵੀ ਐਕਸਪ੍ਰੈਸ਼ਨ ਕੋਈ ਵੀ ਹਿਸਾਬ ਕਿਤਾਬ ਲਾਉਣਾ ਹੁੰਦਾ ਅਸੀਂ ਕੋਈ ਨਾ ਕੋਈ ਸਿਚੁਏਸ਼ਨ ਕੰਸੀਡਰ ਕਰ ਦਿੰਦੇ ਹਾਂ। ਅਸੀਂ ਮੰਨ ਲੈਂਦੇ ਹਾਂ ਵੀ ਇੱਦਾਂ ਦੇ ਹਾਲਾਤ ਬਣੇ ਹੋਏ ਆ ਤਾਂ ਉਹਦੇ ਵਿੱਚ ਕਿੱਦਾਂ ਦਾ ਹਿਸਾਬ ਕਿਤਾਬ ਲੱਗੂਗਾ। ਉਹ 'ਚ ਕੌਨਸਟੈਂਟ ਕੌਣ ਆ, ਵੇਰੀਏਬਲ ਕੌਣ ਆ, ਇਹ ਚੀਜ਼ਾਂ ਦਾ ਵੀ ਆਪਾਂ ਧਿਆਨ ਰੱਖਣਾ ਹੁੰਦਾ ਆ। ਸੋ ਇਹਦੇ ਵਿੱਚ ਫਿਰ ਆਪਾਂ ਗੱਲ ਕਿੱਥੋਂ ਸ਼ੁਰੂ ਕਰਦੇ ਹਾਂ, ਐਕਸਲਰੇਸ਼ਨ ਦੀ ਡੈਫੀਨੇਸ਼ਨ ਤੋਂ। ਸੋ ਐਕਸਲਰੇਸ਼ਨ ਦੀ ਡੈਫੀਨੇਸ਼ਨ dv/dt ਹੈਗੀ ਆ। ਹੁਣ ਇਹਦੇ ਵਿੱਚ ਦੇਖੋ ਇੱਥੇ ਆ ਕਲਰ ਡਿਫਰੈਂਟ ਯੂਜ਼ ਕਰਨ ਦਾ ਮਤਲਬ ਇਹ ਸੀ ਕਿ ਥੋੜ੍ਹਾ ਜਿਹਾ ਸਟੈਪ ਇਹਦੇ ਵਿੱਚ ਇੱਕ ਆਪਾਂ ਡਿਫਰੈਂਟ ਸਟੈਪ ਐਡ ਕੀਤਾ। ਕੀ ਸਟੈਪ ਐਡ ਕੀਤਾ, ਵੀ ਹੈਵ ਟੇਕਨ ਦਿਸ dx ਐਂਡ ਦਿਸ dx। ਮਤਲਬ ਕਿ ਅਸੀਂ ਜਿੱਦਾਂ ਹੁਣ ਮੇਰੇ ਕੋਲ ਲਿਖਿਆ ਹੋਵੇ 5/7 ਲਿਖਿਆ ਹੋਵੇ ਤਾਂ ਮੈਂ ਆਪਣੇ ਵੱਲੋਂ ਹੀ ਜੇ ਇੱਥੇ ਗੁਣਾ 10/10 ਕਰੀ ਜਾਵਾਂ ਤਾਂ ਫਿਰ ਕਰੀ ਜਾਵਾਂ, ਆਹ ਕੱਟਿਆ ਗਿਆ, ਮੈਨੂੰ ਤਾਂ ਕੋਈ ਫਰਕ ਨਹੀਂ ਨਾ ਪਿਆ। 10/10 ਇਹਦੇ ਨਾਲ ਜੇ ਮੈਂ ਗੁਣਾ ਤਕਸੀਮ ਕਰਦੇ ਹਾਂ, ਡਿਵਾਈਡ ਕਰਦੇ ਹਾਂ, ਮਲਟੀਪਲਾਈ ਕਰਦੇ ਹਾਂ ਤਾਂ ਹੈਗਾ ਤਾਂ 5/7 ਸੀ। ਮੈਂ ਆਪਣੇ ਵੱਲੋਂ ਹੀ 10 ਲਿਖਤਾ। ਮੈਂ 5/7 ਨੂੰ ਗੁਣਾ 2/2 ਵੀ ਲਿਖ ਸਕਦਾ ਸੀ, ਤਾਂ ਵੀ ਕੋਈ ਫਰਕ ਨਹੀਂ ਪੈਣਾ। 2 ਤਾਂ ਕੱਟਿਆ ਗਿਆ, ਹੈਗਾ ਤਾਂ 5/7 ਹੀ ਆ। ਪਰ ਇਹ ਕਿ ਜੇ ਮੈਂ ਇਹਨੂੰ ਨਹੀਂ ਕੱਟਦਾ ਫਿਰ ਮੈਂ ਇਹਨੂੰ 10/14 ਲਿਖੂੰਗਾ, ਇਹਨੂੰ ਮੈਂ 50/70 ਲਿਖੂੰਗਾ। ਕਿਸੇ ਵੀ ਹਾਲਾਤ ਵਿੱਚ 5/7 ਹੀ ਆ, ਸਿਰਫ ਅਸੀਂ ਇਹਨੂੰ ਕਿਸੇ ਫੈਕਟਰ ਨਾਲ ਗੁਣਾ ਕਰ ਦਿੱਤਾ ਹੈਗਾ ਆਪਣੇ ਵੱਲੋਂ। ਹੁਣ ਅਸੀਂ ਇਹਨੂੰ ਇੱਦਾਂ ਵੀ ਲਿਖ ਸਕਦੇ ਸੀਗੇ ਵੀ ਜਿੱਦਾਂ 5/7 ਨੂੰ ਅਸੀਂ ਮੰਨ ਲਓ 3/3 ਨਾਲ ਗੁਣਾ ਕਰਦੇ ਹਾਂ ਤਾਂ ਮੈਂ ਇਹਨੂੰ ਇੱਦਾਂ ਲਿਖ ਸਕਦਾ, ਇਹਨੂੰ 3 ਇੱਧਰ ਲਿਖ ਸਕਦਾ, 3 ਗੁਣਾ 7 ਇੱਦਾਂ। ਮਤਲਬ ਜਿਹੜਾ 3 ਆ ਉਹਦੀ ਜਗ੍ਹਾ ਅਦਲਾ ਬਦਲੀ ਕੀਤੀ ਜਾ ਸਕਦੀ ਆ, ਉਹਨੂੰ ਇੱਧਰ ਅਤੇ ਉਹਨੂੰ ਉੱਧਰ ਲਿਖਿਆ ਜਾ ਸਕਦਾ ਹੈਗਾ, ਠੀਕ ਹੈ ਨਾ। ਸੋ ਇਹਦਾ ਮਤਲਬ ਕਿ ਆਪਾਂ ਕੀ ਕੀਤਾ, ਆਪਾਂ dx ਜਿਹੜਾ ਹੈਗਾ ਉਹ dx ਨੂੰ ਇੱਦਾਂ ਲਿਖ ਦਿੱਤਾ ਹੈਗਾ। ਸੋ ਦਿਸ ਇਜ਼ ਹਾਊ ਵੀ ਹੈਵ ਰਿਟਨ ਦਿਸ dx ਆਪਣੇ ਵੱਲੋਂ। ਸੋ ਵੀ ਹੈਵ ਮਲਟੀਪਲਾਈਡ ਐਂਡ ਡਿਵਾਈਡਡ ਬਾਈ dx। ਅਸੀਂ ਆਪਣੀ ਮਰਜ਼ੀ ਨਾਲ dx ਨਾਲ ਇਹਨੂੰ ਡਿਵਾਈਡ ਕਰਤਾ। ਸੋ ਇਸ ਕਰਕੇ dv/dx dx/dt ਹੈਗਾ, ਇਹ dv/dt ਆ। ਦੇਖੋ dv/dt ਦਿਸ ਇਜ਼ dv/dt, ਦਿਸ ਇਜ਼ dv/dt, ਆ dx/dx। ਸੋ ਆਹ ਵਾਲੀ ਸਿਚੁਏਸ਼ਨ ਅਸੀਂ ਕ੍ਰੀਏਟ ਕੀਤੀ ਜਿੱਦਾਂ ਆਹ ਆਪਾਂ ਕੰਮ ਕੀਤਾ। 5/7 ਨੂੰ 3/3 ਨਾਲ ਗੁਣਾ ਕਰਕੇ ਅਸੀਂ ਇੱਦਾਂ ਇਹਨੂੰ ਕਰ ਦਿੱਤਾ। ਸੋ ਇਹਦੇ ਵਿੱਚ 3 ਨਾਲ 3 ਕੱਟਿਆ ਜਾ ਰਿਹਾ, ਬਚਿਆ 5/7 ਹੀ ਆ। ਸੋ ਇੱਥੇ ਵੀ ਅਸੀਂ ਇਹੀ ਗੱਲ ਕੀਤੀ ਆ। ਸੋ dx ਆਪਣੇ ਵੱਲੋਂ ਇੰਟਰੋਡਿਊਸ ਕਰ ਦਿੱਤਾ ਇਹਦੇ ਵਿੱਚ ਉੱਪਰ ਥੱਲੇ। ਸੋ ਡਿਨੋਮੀਨੇਟਰ 'ਚ ਵੀ ਨਿਊਮੀਨੇਟਰ 'ਚ ਵੀ। Now dx/dt, this portion is velocity by definition. dx/dt is velocity. So dv/dx ਉੱਦਾਂ ਹੀ ਰਹਿ ਗਿਆ, dx/dt ਦਾ ਡੈਫੀਨੇਸ਼ਨ ਕੀ ਆ ਕਿ ਉਹ velocity ਹੁੰਦੀ ਆ। So therefore we get this velocity. So ਅਸੀਂ ਇਹਦਾ ਨੰਬਰ 1 ਲਿਖ ਸਕਦੇ ਹਾਂ। ਇੱਥੇ ਅਸੀਂ ਕਹਿ ਸਕਦੇ ਹਾਂ ਮਲਟੀਪਲਾਈ ਐਂਡ ਡਿਵਾਈਡ ਬਾਈ dx। ਸੋ dx ਦੇ ਨਾਲ ਅਸੀਂ ਮਲਟੀਪਲਾਈ ਅਤੇ ਡਿਵਾਈਡ ਕੀਤਾ ਇਹਨੂੰ। ਫਿਰ ਆਪਣੇ ਕੋਲ ਆਹ ਰਿਲੇਸ਼ਨ ਬਣਿਆ, v ਨੂੰ ਅੱਗੇ ਲਿਖ ਲਿਆ। ਸੋ ਥੋੜ੍ਹਾ ਸੈੱਟ ਕਰ ਲਿਆ। ਨਾਓ ਦਿਸ ਯੂ ਕੈਨ ਸੇ ਰਿਲੇਸ਼ਨ 2 ਔਰ ਦਿਸ ਇਜ਼ ਰਿਲੇਸ਼ਨ 2, ਇੱਕੋ ਹੀ ਗੱਲ ਹੈ। ਸੋ ਮਤਲਬ ਕਿ ਆਹ ਰਿਲੇਸ਼ਨ ਦੇ ਆਪਾਂ ਪਹੁੰਚ ਗਏ। a dv/dt ਬੇਸਿਕ ਡੈਫੀਨੇਸ਼ਨ ਆ। ਇਹ ਬੇਸਿਕ ਡੈਫੀਨੇਸ਼ਨ ਵਿੱਚ ਥੋੜ੍ਹੀ ਜਿਹੀ ਅਦਲਾ ਬਦਲੀ ਕਰਕੇ ਆਪਾਂ ਆਹ ਵਾਲੇ ਇੱਕ ਰਿਲੇਸ਼ਨ 'ਤੇ ਪਹੁੰਚ ਗਏ, a = v dv/dx 'ਤੇ ਪਹੁੰਚ ਗਏ। ਸੋ ਦਿਸ ਇਜ਼ ਸੈਕਿੰਡ ਇਕੁਏਸ਼ਨ। ਹੁਣ ਫਿਰ ਅਸੀਂ ਇਹਨੂੰ ਕ੍ਰੋਸ ਕਰਾਂਗੇ, dx ਥੱਲੇ ਸੀਗਾ, ਇਹਨੂੰ ਉੱਧਰ ਭੇਜ ਕੇ ਉੱਪਰ ਮਲਟੀਪਲਾਈ ਗੁਣਾ ਕਰਾ ਦਾਂਗੇ। ਸੋ a dx = v dv ਹੋ ਗਿਆ ਆਪਣੇ ਕੋਲ। ਅਤੇ ਅਸੀਂ ਇਹਨੂੰ ਫਿਰ ਉਹੀ ਇੰਟੈਗਰੇਟਿੰਗ ਬੋਥ ਸਾਈਡਸ ਬਾਈ ਟੇਕਿੰਗ ਇਨੀਸ਼ੀਅਲ ਕੰਡੀਸ਼ਨਸ ਜੋ ਵੀ ਹੈਗੀਆਂ ਆਪਾਂ ਆਲਰੇਡੀ ਲਿਖ ਚੁੱਕੇ ਹਾਂ। ਸੋ ਉਹੀ ਤੁਸੀਂ ਇੱਥੇ ਲਿਖ ਦੇਣੀਆਂ। ਸੋ ਟਾਈਮ 0 ਸੀਗਾ, x 0 ਸੀਗਾ, ਅਤੇ ਟਾਈਮ t ਸੀਗਾ, ਅਤੇ x ਜਿਹੜਾ ਸੀਗਾ x ਸੀਗਾ।
सो इत्थे x0 ਸੀਗਾ, सो देयरफॉर ऑन इंटैग्रेशन x0 to x a dx इज इक्वल टू u to v v dv। सो a x0 to x dx u to v v dv। सो इनू जो असी इंटैगरेट किया, सो वी पुट दिस मॉडुलस, क्योंकि लिमिट्स होंगे अपने को। सो मॉडुलस v²/2 एक्चुअली ये जस्ट एक कन्वेंशन है, एक्चुअली मॉडुलस नहीं होंदा, ये बस एक तरीका आ लिखण का, लिमिटां लिखण दे लई। सो मॉडुलस का साइन जरूर आ ये, बट इसका मतलब मॉडुलस नहीं होंदा। सो u v, सो v²/2 u तो लैके v तक। सो a x माइनस x0, सो उपरली लिमिट पहलों, थल्ले वाली बाद चों घटाता, उपर वाली पहलों v²/2 माइनस करना फिर u²/2। सो इस तरह अपने को आ जी एक्सप्रैशन आ दिस इज़ s। सो इनू असीं डिसप्लेसमेंट कहने होंने आ, इस करके a इंटू s बन गया। सो वी हैव v²/2 माइनस u²/2। सो ए एस इज इक्वल टू हाफ, आ वाला जो बटा 2 ये भी सीगा, बटा 2 ये कॉमन निकल सकता, v² माइनस u² बनया। सो ये वाला जो 2 सीगा इनू इधर भेजता तो 2as बन गया v² माइनस u²। सो ये अपनी थर्ड इक्वेशन ऑफ मोशन होंगी है। सो ये 3 इक्वेशन जिहड़ियां हैगियां वो अपनियां ओके हो गई। सो असी कैलकुलस मैथड के नाल तीनों इक्वेशन जिहड़ियां हैगियां वो कैलकुलेट कर लिया हैगियां। हुण एक जिहड़ा कंसैप्ट है nth सैकेंड वाला, सो वो बारे आपां गल करनी चाहते हैं। nth सैकेंड का जिहड़ा कंसैप्ट है वो की हुंदा वा, थोड़ी सी nth सैकेंड हुण nth सैकेंड का की मतलब है। देखो हुण आपां इत्थे टाइम का एक बनाने आ कि मान लो आ टाइम 0 आ, टाइम 1 आ। सो टाइम 2 सैकेंड लै लो, 3 सैकेंड, 4 सैकेंड, 5 सैकेंड, 6 सैकेंड एटसैट्रा। सो ये टाइम की मार्किंग की आपां। हुण तुसीं इत्थों लैके इत्थे तक टाइम बीत्या, इत्थों तक इत्थे तक टाइम बीत्या, बीत रहा टाइम, ठीक है ना। ये बिल्कुल नाल तो नहीं ना जुड़िया होया भी आ ये टाइम ऐ हो गया, बीते ही नहीं टाइम, टाइम तो बीत्या, ये मतलब कुछ समा तो आ छोटा जिहा समा जिहड़ा आ वो होया, इनू कुछ ना कुछ इस समय में कुछ घटना भी घटी होगी। समा घड़ी की सूई भी एक थां तो दूजी थां ते पहुँचती आ। जो तुसीं कहने सकिंट की सूई आ, तो सकिंट की सूई जिहड़ी आ आ वाले नंबर तो आ वाले नंबर तक पहुँची आ ना। आ सूई जिहड़ी सी वो सूई इत्थों लैके इत्थे तक तुर के गई आ, इदां ही हौली हौली तुरदी पूरा चक्कर पूरा कर लैंदी आ। ਇਹਦਾ मतलब आ 1 सैकेंड का समा तो बीत्या ना, इत्थे बीत्या, इत्थों बाद इत्थे भी 1 सैकेंड का समा बीत्या, इत्थों भी 1 सैकेंड का समा बीत्या। टोटल इत्थों लैके इत्थे तक 3 सैकेंड बीत चुके आ। इत्थे तक पूरा टाइम कितना होया, 3 सैकेंड पूरे बीत चुके आ। मतलब ये गल नूं ध्यान नाल समझो, 3 सैकेंड पूरे हो चुके आ। इत्थों लैके इत्थों तक फिर किन्ने होणगे, 4 सैकेंड होणगे, नो प्रॉब्लम, सानूं कोई प्रॉब्लम नहीं। सो इत्थे तक 3 सैकेंड हो गए, इत्थे तक 4 सैकेंड हो गए। हुण जिहड़ा आ वाला समा जिहड़ा कि हले ਚੱਲਦਾ ਪਿਆ, ਆ ਵਾਲਾ ਆ ਸਮਾਂ ਜਿਹੜਾ 3 ਤੇ 4 ਦੇ ਵਿਚਕਾਰ ਆ, ਇਹ ਵਾਲੇ ਸਮੇਂ ਦਾ ਕੀ ਨਾਮ ਹੈ? ਆਪਾਂ ਇਹਦਾ ਨਾਮ ਰੱਖਣਾ ਚਾਹੁੰਦੇ ਆ, ਆ ਵਾਲੇ ਸਮੇਂ ਦਾ ਕੋਈ ਨਾਮ ਰੱਖਣਾ ਚਾਹੁੰਦੇ ਆ। ਆ ਜਿਹੜਾ ਬਲੂ ਕਲਰ ਮੈਂ ਕੀਤਾ, ਇਹ ਸਮਾਂ ਕੌਣ ਆ? ਜੇ ਇੱਥੇ ਤੱਕ 3 ਸੈਕਿੰਡ ਪੂਰੇ ਆ, ਇੱਥੇ ਤੱਕ 4 ਸੈਕਿੰਡ ਪੂਰੇ ਆ, ਤਾਂ ਫਿਰ ਆ ਸਮਾਂ ਕੌਣ ਹੋਇਆ? ਇਹ ਕੌਣ ਆ? 3 ਤਾਂ ਪੂਰੇ ਹੋ ਗਏ, 4 ਹਲੇ ਹੋਏ ਹੀ ਨਹੀਂ, ਤਾਂ ਫਿਰ ਇਹ ਕੌਣ ਹੋਇਆ? ਇਹ 4th ਸੈਕਿੰਡ ਹੋਇਆ, 4th ਸੈਕਿੰਡ। सो आ वाला समा 4th सैकेंड है, मतलब 3 पूरे हो गए, चौथा हले होया नहीं, ਇਹਦਾ मतलब दिस इज़ 4th सैकेंड कंप्लीशन ਤੇ ਹੈਗਾ ਵਾ, मीनस 4th सैकेंड ਚੱਲ ਰਿਹਾ। ਜਿੱਦਾਂ ਤੁਸੀਂ ਕਹੋ ਕਿ ਕਿਸੇ ਦਾ ਜਿਹੜਾ ਈਅਰ ਆਫ ਬਰਥ ਆ, ਆਪਾਂ ਜੇ ਲੈ ਲਈਏ 2000 ਹੋਵੇ ਕਿਸੇ ਦਾ ਈਅਰ ਆਫ ਬਰਥ, ਅਤੇ ਹੁਣ 2020 ਚੱਲਦਾ ਪਿਆ, ਤਾਂ ਆਪਾਂ ਉਹਨੂੰ ਜੇ ਕਹੀਏ ਵੀ ਕਿੰਨੇ ਸਾਲ ਦਾ ਬੰਦਾ ਹੋ ਗਿਆ, ਮੰਨ ਲਓ ਕਿ ਜਿੱਦਾਂ ਆਪਾਂ ਕਹਿ ਲਈਏ ਕਿ 1 ਜੂਨ ਦੀ ਗੱਲ ਕਰ ਲਈਏ, 1 ਜੂਨ 2000। ਸੋ 1 ਜੂਨ 2000 ਨੂੰ ਕੋਈ ਕਿਸੇ ਦਾ ਬਰਥ ਆ, ਡੇਟ ਆਫ ਬਰਥ, ਅਤੇ ਹੁਣ ਆਹ ਸਮਾਂ ਚੱਲਦਾ ਪਿਆ 1 ਜੂਨ 2020। ਤਾਂ 1 ਜੂਨ 2020 ਵਾਲੇ ਦਿਨ ਉਹ ਜਿਹੜਾ ਵੀ ਵਿਅਕਤੀ ਆ ਉਹਦੀ ਉਮਰ ਕਿੰਨੀ ਹੋ ਜਾਊਗੀ? ਸੋ ਇਹ कॉमन सेंस की गल है कि जो 2001 होया सी तो वो उम्र 1 साल हो गई सी, जो 2002 होया सी तो वो उम्र 2 साल हो गई सी। तो यदा मतलब है कि जोड़ा आह नंबर चलता उन्नी वो उम्र हो रही है, यदा मतलब इतने वो उम्र 20 साल हो गई 1 जून नूं। हुण 20 साल तो हो गई, उस तो बाद 21 साल कदों होनी आ? 2021 1 जून नूं। तो ये विचकार जिहड़े 12 महीने आने आ,
जुलाई अगस्त सितंबर अक्तूबर नवंबर दसंबर जनवरी फरवरी मार्च अप्रैल फिर जून तक मई जून। सो ये वाले महीनों के वो अपनी उम्र कितनी दसूगा, वो की दसूगा मैं 20 साल पूरा वा, 20 साल तो वो 1 जून ਨੂੰ ਹੋਇਆ ਸੀ, उस तो बाद थोड़ी वो 20 साल का, उस तो बाद तो 20 खत्म हो गए, 21वां लगा होया। अगला कहूगा 21वां साल 21 21 ईयर चलता पिया आ, मतलब शुरू हो चुका, हुण मैं 21 का हो जाना। वो व्यक्ति इस तरह जवाब देगा कि 20 साल पूरे हो गए 1 जून ਨੂੰ, ਹੁਣ 21वां ਲੱਗਿਆ ਹੋਇਆ ਆ, शुरू होया आ 21। इदां ही जे वो 22वां ਹੁੰਦਾ ਤਾਂ 22, 23वां ਹੁੰਦਾ 23, ठीक है ना। सो इस तरीके नाल ਇਹ ਆਪਾਂ ਛੋਟੀ एग्जाम्पल भी ਲੈ ਸਕਦੇ ਹਾਂ। ਸੋ ਆਪਾਂ ਇਹ ਗੱਲ ਆਪਾਂ ਅਕਸਰ ਕਰਦੇ ਹਾਂ, ਇਹ ਪ੍ਰੈਕਟੀਕਲ ਗੱਲ ਆ, ਘਰਾਂ ਵਿੱਚ ਦੋਸਤਾਂ ਮਿੱਤਰਾਂ ਦੇ ਨਾਲ ਇਹ ਗੱਲ ਪੁੱਛੀ ਜਾਂਦੀ ਵੀ ਕਿੰਨਵਾਂ ਸਾਲ ਚੱਲਦਾ ਪਿਆ। ਸੋ ਅਸੀਂ ਕਹਿੰਦੇ ਇਨਵਾਂ ਸਾਲ ਚੱਲਦਾ ਪਿਆ। ਇਨਵਾਂ ਸਾਲ ਦਾ ਮਤਲਬ ਇੰਨੇ ਸਾਲ ਪੂਰੇ ਹੋ ਗਏ, ਆਹ ਵਾਲਾ ਸਾਲ ਹਲੇ ਪੂਰਾ ਹੋਇਆ ਨਹੀਂ, ਇਸ ਕਰਕੇ ਉਹ ਚੱਲਦਾ ਪਿਆ, ਉਹ ਖਤਮ ਹੋਊਗਾ 12 ਮਹੀਨੇ, ਕਿਉਂਕਿ ਕਾਫੀ ਲੰਬਾ ਸਮਾਂ ਹੁੰਦਾ, ਇਸ ਕਰਕੇ ਆਪਾਂ ਚੱਲਦਾ ਪਿਆ ਬੜੇ ਆਰਾਮ ਨਾਲ ਸਮਝ ਸਕਦੇ ਹਾਂ। 1 ਸੈਕਿੰਡ ਵਾਲੀ ਗੱਲ ਬਹੁਤ ਛੋਟੀ ਹੁੰਦੀ ਹੈ, ਸਾਨੂੰ ਸਮਝਣ ਲੱਗੇ ਥੋੜੀ ਔਖੀ ਲੱਗਦੀ ਆ, ਪਰ ਕਨਸੈਪਟ ਤਾਂ ਸੇਮ ਹੀ ਆ ਨਾ। ਤੁਸੀਂ ਦੇਖ ਲਓ ਕਿ 3 ਸੈਕਿੰਡ ਪੂਰੇ ਹੋ ਗਏ, 4 ਸੈਕਿੰਡ ਪੂਰੇ ਹੋ ਗਏ, ਤਾਂ ਫਿਰ 3 ਤੋਂ 4 ਦੇ ਵਿਚਕਾਰ ਜਿਹੜਾ ਸਮਾਂ ਆ, ਜੇ ਤੁਸੀਂ ਇਹਨੂੰ ਕਹੋ ਤੀਜਾ ਮਹੀਨਾ, ਤੀਜਾ ਸਾਲ ਤੇ ਚੌਥਾ ਸਾਲ, तो तीजे साल तो चौथे साल के विचकार 12 महीने आ इत्थे। सो वो वाला सारा समा जिहड़ा वो चौथा साल है फिर। सो जे सैकेंड नहीं कहना तो इन्हूं साल कह लो। सो देयरफॉर आई थिंक इट इज़ वेरी मच क्लीयर कि nth सैकेंड का की मतलब आ। सो nth सैकेंड का हुण की मतलब होया, सो आ वाला जिहड़ा आ वो वाला साल आ। मीनस जे इत्थे तुहाडे कोल इदां करदे 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 जे तुहाडे कोल इत्थे nth सैकेंड इत्थे लिखिया हुंदा भी इत्थे n माइनस 1 आ ते इत्थे n सैकेंड बीत गए होए आ, तो फिर जे आपां कहने nth सैकेंड कौन आ। सो nth सैकेंड का मतलब जदों n माइनस 1 सैकेंड पूरे हो चुके आ ते n सैकेंड हले पूरे होए नहीं, उहदे विचकार वाला जिहड़ा आह चीज़ आ, वाला जिहड़ा समा आ, सो दिस इज़ nth सैकेंड। सो दिस इज़ nth सैकेंड। सो इहदा मतलब आ वाला किन्नवां सैकेंड होया। सो आ सोच के देखो आ किन्नवां सैकेंड होया। सो एंड ते की आ 6। सो दिस इज़ 6th सैकेंड। सो आ 6वां सैकेंड आ। हुण देखो कोई बॉडी आ जिहड़ी कि ट्रैवल करदी पई सी, जदों 3 सैकेंड का समा पूरा होया इस जगह ते t = 3 सैकेंड पूरे हो गए, तो बॉडी की जिहड़ी पोजीशन आ वो हैगी आ मान लो 40 मीटर। पोजीशन जिहड़ा पत्थर आ जिहड़ा वो 40वां माइलस्टोन आ। तो जिद्दां ही टाइम जिहड़ा हैगा वो 4 सैकेंड पूरा होया तो हुण उहदी पोजीशन हैगी आ मान लो कि 45 जिहड़ा मीटर वाला पत्थर आ कोई वो वाला। ਇਹਦਾ मतलब ने 1 सैकेंड च कितनी दूरी ट्रैवल कर ली 1 सैकेंड ਦੇ ਵਿੱਚ। सो 1 सैकेंड जो ਜਿਹੜੀ वस्तु बॉडी ऑब्जैक्ट जो भी ਸੀਗਾ वो 1 सैकेंड समा ਤਾਂ 1 सैकेंड बीत्या। सो 1 सैकेंड ਦੇ ਵਿੱਚੋਂ कितनी दूर चला गया 5 मीटर दूर चला गया। सो 5 मीटर दूर चला गया ਉਹ। सो ये इस तरह आप देखते हैं कि 1 सैकेंड ਦੇ ਵਿੱਚ ਉਹਨੇ ਕੀ ਕਰ ਲਿਆ। मतलब जे हो सकता कि वो 2 सैकेंड जो टाइम 2 सैकेंड ਸੀਗਾ 2 सैकेंड सी उदों 39 मीटर वाले पत्थर ते खड़िया होवे बंदा, 39 मार्किंग वाले पॉइंट ते सीगा, उहदी पोजीशन इन्नी सीगी x इन्नी सी। इहदा मतलब इत्थे जिहड़ा आ वाला 1 सैकेंड आ, मतलब किहड़ा सैकेंड आ ये तीजा सैकेंड क्योंकि आ 3 लिखिया इत्थे 2 लिखिया। सो तीजे सैकेंड मतलब जो 2 सैकेंड पूरे हो चुके सी वो इत्थे खड़ा सी ते जदों 3 सैकेंड खत्म होए तो वो 40 ते पहुंचा। इहदा मतलब इन्नी दूर गया, वो किन्नी दूर गया 1 मीटर। इहदा मतलब 3rd सैकेंड दे विच इन 3rd सैकेंड उन्हें कितनी दूरी तय की 1 मीटर सारी। तो जो चौथा सैकेंड सी चौथे सैकेंड 4th सैकेंड में उन्हें कितनी दूरी तय की देखो आ 3 सैकेंड 4 सैकेंड कित्थे सीगा 40 ते कित्थे पहुँच गया 45 ते ते कितनी दूर गया वो 5 मीटरस। सो 4th सैकेंड दे विच उन्हें 5 मीटर दूरी जिहड़ी आ तय की आ। सो ये जिहड़ा सैकेंड वाला कंसैप्ट आ इहनूं आपां समझना आ क्योंकि इहदे न्यूमेरिकल आ सकदे आ, इहदा रिलेशन भी आपां नूं पुछा जा सकदा वा। सो जिद्दां आपां कहने कि S = UT + हाफ AT² हैगा है ना। सो जे आपां हुण इहनूं करिए भी कितनी दूर गया होगा, आपां इहनूं कहने कि मान लो S आपां इत्थे nth सैकेंड की गल करते हैं nth सैकेंड की कि इत्थे उहदे n सैकेंड पूरे हो गए, इत्थे उहदे n - 1 सैकेंड आ। सो इन्ने सैकेंड आ इन्ने सैकेंड आ। ਇਹਦਾ मतलब ਜਦੋਂ ਉਹ ਚੱਲਿਆ ਹੋਊਗਾ ਕਿਸੇ ਥਾਂ ਤੋਂ ਜਦੋਂ ਟਾਈਮ 0 ਸੀਗਾ ਤੇ ਇੱਥੋਂ ਤੱਕ ਉਹਨੇ S ਮੰਨ ਲਓ ਦੂਰੀ ਜਿਹੜੀ ਆ ਉਹ ਇੱਥੇ ਤੱਕ S ਦੂਰੀ ਤੈਅ ਕਰ ਲਈ ਪੂਰੇ n ਸਕਿੰਟਾਂ ਦੇ ਵਿੱਚ।
ਤੇ n-1 ਸਕਿੰਟਾਂ ਵਿੱਚ ਉਹਨੇ ਕਿੰਨੀ ਦੂਰੀ ਤੈਅ ਕੀਤੀ ਹੋਊਗੀ, ਇਹਦਾ ਨਾਮ ਆਪਾਂ Sn ਰੱਖ ਦਿੰਦੇ ਹਾਂ, ਇਹਦਾ ਨਾਮ ਆਪਾਂ Sn-1 ਰੱਖ ਦਿੰਦੇ ਹਾਂ ਤਾਂ ਕਿ ਕਲੀਅਰ ਹੋ ਜਾਏ ਕਿ ਉਹਨੇ ਜਿਹੜੀ ਹੈਗੀ ਆ n-1 ਸਕਿੰਟਾਂ 'ਚ ਇੰਨੀ ਦੂਰੀ ਤੈਅ ਕੀਤੀ ਤੇ n ਸਕਿੰਟਾਂ 'ਚ ਉਹਨੇ Sn ਦੂਰੀ ਤੈਅ ਕੀਤੀ। ਇਹਦੇ ਨਾਲ nth ਸੈਕਿੰਡ ਵਿੱਚ ਉਹਨੇ ਕਿੰਨੀ ਦੂਰੀ ਤੈਅ ਕੀਤੀ, ਸੋ ਦੂਰੀ nth ਸੈਕਿੰਡ ਦੇ ਵਿੱਚ ਉਹਨੇ ਕਿੰਨੀ ਦੂਰੀ ਤੈਅ ਕੀਤੀ, Sn 'ਚੋਂ Sn-1 ਘਟਾਉਣਾ ਪਊਗਾ। ਸੋ Sn ਜਿਹੜੀ ਹੈਗੀ ਆ, ਸੋ Snth ਯੂ ਕੈਨ ਸੇ S ਇੱਥੇ nth ਇਹਦੇ ਨਾਲ nth ਲਿਖਿਆ ਵਾ, ਦੇਖੋ nth ਮਤਲਬ nਵਾਂ ਸੈਕਿੰਡ ਸੋ 90ਵੇਂ ਸੈਕਿੰਡ ਦੇ ਵਿੱਚ nਵਾਂ ਪੰਜਾਬੀ ਦੇ ਵਿੱਚ ਜੇ ਆਪਾਂ ਕਹੀਏ ਸੋ nਵਾਂ ਸੈਕਿੰਡ, ਸੋ 90ਵੇਂ ਸੈਕਿੰਡ ਦੇ ਵਿੱਚ ਉਹਨੇ Sn-1 ਦੂਰੀ ਤੈਅ ਕੀਤੀ ਆ। ਇਹਦਾ ਮਤਲਬ ਜੇ ਆਪਾਂ ਰਿਲੇਸ਼ਨ ਲਿਖੀਏ ਇੱਥੇ ਹੁਣ ਤਾਂ ਅਸੀਂ ਲਿਖਾਂਗੇ ਕੋਈ n ਸੈਕਿੰਡ ਬੀਤ ਚੁੱਕੇ ਆ, ਸੋ un, ਸੋ ਆਹ ਵਾਲਾ ਰਿਲੇਸ਼ਨ n ਸੈਕਿੰਡ ਬੀਤ ਚੁੱਕੇ ਆ, ਸੋ un + ਹਾਫ an² ਮਾਈਨਸ ਹੁਣ ਕਿੰਨੇ ਟਾਈਮ ਬੀਤ ਚੁੱਕਾ, ਜੇ ਆਹ ਵਾਲਾ ਰਿਲੇਸ਼ਨ ਆ ਇਹਦੇ ਲਈ ਦੇਖਣਾ ਵੀ n-1 ਸੈਕਿੰਡ ਹੋਇਆ, un-1 + ਹਾਫ an-1 ਦਾ ਹੋਲ ਸਕੁਏਅਰ। ਸੋ ਇਹਨੂੰ ਜਦੋਂ ਤੁਸੀਂ ਬ੍ਰੈਕਟਸ ਖੋਲੋਗੇ ਸੋ Snth ਅਸੀਂ ਇਹਨੂੰ ਕਹਿੰਦੇ ਪਏ ਹਾਂ Snth, so this is un to n plus 1/2 an² minus un minus 1 minus 1/2 an-1 ਹੋਲ ਸਕੁਏਅਰ। ਸੋ ਇਹਨੂੰ ਹੁਣ ਆਪਾਂ ਜਿਹੜੀਆਂ ਬ੍ਰੈਕਟਸ ਦੇ ਹੋਰ ਅਲਜੈਬਰਾ ਜਿਹੜਾ ਹੈਗਾ ਉਹ ਲਗਾ ਕੇ ਸਾਰਾ ਸਿਚੁਏਸ਼ਨ ਜਿਹੜੀ ਹੈਗੀ ਇਹਨੂੰ ਦੇਖ ਸਕਦੇ ਹਾਂ, ਐਂਡ ਵੀ ਵਿਲ ਗੈਟ ਦਾ ਰਿਜ਼ਲਟ u plus 1/2 a2n-1 ਆਈ ਥਿੰਕ ਇੰਨਾ ਰਿਜ਼ਲਟ ਆ ਜਾਊਗਾ ਮੇਰੇ ਕੋਲ। ਸੋ ਇਹਨੂੰ ਤੁਸੀਂ ਚੈੱਕ ਕਰ ਲੈਣਾ ਵੀ ਇੰਨੇ ਰਿਜ਼ਲਟ ਆਇਆ। ਸੋ ਇਹਨੂੰ ਬ੍ਰੈਕਟਸ ਖੋਲ੍ਹਣੀਆਂ, ਬ੍ਰੈਕਟ ਖੋਲ੍ਹ ਦੇਣੀ ਆ, un-u ਬਣ ਜਾਣਾ, ਬਾਹਰ ਮਾਈਨਸ ਅੰਦਰ ਜਾ ਕੇ ਪਲੱਸ ਹੋ ਜਾਣਾ, ਇੱਥੇ a² + b² + 2ab ਦਾ ਫਾਰਮੂਲਾ ਲੱਗ ਜਾਣਾ, ਫਿਰ ਆਹ ਮਾਈਨਸ ਆ ਉਹ ਅੰਦਰ ਜਾ ਕੇ ਤਾਂ ਉਸ ਹਿਸਾਬ ਨਾਲ ਮਾਈਨਸ ਅੰਦਰਲੇ ਮਾਈਨਸ ਜਿਹੜੇ ਬ੍ਰੈਕਟ ਦੇ ਚੇਂਜ ਹੋ ਜਾਣੇ ਆ, ਫਿਰ ਕੁਛ ਫੈਕਟਰ ਕੱਟੇ ਜਾਣਗੇ ਅਤੇ ਐਂਡ 'ਤੇ ਤੁਹਾਡੇ ਕੋਲ ਆਹ ਰਿਜ਼ਲਟ ਜਿਹੜਾ ਆ ਉਹ ਬਚੂਗਾ। ਸੋ ਦਿਸ ਯੂ ਕੈਨ ਗੋ ਥਰੂ ਯੂਅਰ ਸੈਲਫ। ਸੋ ਇਹ ਜਿਹੜੀ ਰਿਲੇਸ਼ਨ ਆ ਇਹ 90ਵੇਂ ਸੈਕਿੰਡ ਦਾ ਰਿਲੇਸ਼ਨ ਆ ਕਿ 90ਵੇਂ ਸੈਕਿੰਡ ਦੇ ਵਿੱਚ nth ਸੈਕਿੰਡ ਦੇ ਵਿੱਚ ਤੁਸੀਂ ਕਿੰਨੀ ਦੂਰੀ ਤੈਅ ਕਰ ਲਈ ਹੈਗੀ ਆ। ਸੋ ਦਿਸ ਇਜ਼ ਹਾਊ ਯੂ ਹੈਵ ਦਿਸ ਰਿਲੇਸ਼ਨ। ਮਤਲਬ ਤਿੰਨ ਜਿਹੜੀਆਂ ਇਕੁਏਸ਼ਨਸ ਆਫ ਮੋਸ਼ਨ ਸੀਗੀਆਂ ਤਾਂ ਉਹਨਾਂ ਤੋਂ ਬਾਅਦ ਆਪਾਂ ਇੱਕ 90ਵੇਂ ਸੈਕਿੰਡ ਦੇ ਵਿੱਚ ਕੀ ਹੋਇਆ ਸੋ ਉਹ ਵਾਲਾ ਰਿਲੇਸ਼ਨ ਵੀ ਅਸੀਂ ਦੇਖਦੇ ਹਾਂ। ਸੋ ਆਈ ਥਿੰਕ ਐਵਰੀਥਿੰਗ ਇਜ਼ ਕਲੀਅਰ। ਸੋ ਥੈਂਕ ਯੂ।